ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਪੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। H1B ਵੀਜ਼ਾ ਤੋਂ ਗ੍ਰੀਨ ਕਾਰਡ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼, ਰਿਪਬਲਿਕਨ ਕਾਂਗਰਸਮੈਨ ਨੇ ਨਵਾਂ ਬਿੱਲ ਕੀਤਾ ਪੇਸ਼। ਅਸਾਈਲਮ ਵਰਕ ਪਰਮਿਟ ਅਤੇ ਗ੍ਰੀਨ ਕਾਰਡ ਕੇਸਾਂ ਤੇ ਟਰੰਪ ਪ੍ਰਸ਼ਾਸਨ ਨੂੰ ਝਟਕਾ, ਫੈਡਰਲ ਜੱਜ ਨੇ ਪ੍ਰਕਿਰਿਆ ਮੁੜ ਸ਼ੁਰੂ ਕਰਨ ਦੇ ਦਿੱਤੇ ਹੁਕਮ। ਇਮੀਗ੍ਰੇਸ਼ਨ ਤੇ ਸਖਤੀ ਵਧੀ ਪਰ ਮਜ਼ਦੂਰਾਂ ਦੀ ਕਮੀ ਗੰਭੀਰ, ਅਮਰੀਕਾ ਸਮੇਤ ਵਿਕਸਿਤ ਦੇਸ਼ਾਂ ਸਾਹਮਣੇ ਵੱਡੀ ਚੁਣੌਤੀ। ਅਮਰੀਕਾ ਨੇ ਈਰਾਨ ਦੀ ਫੁੱਟਬਾਲ ਟੀਮ ਨੂੰ ਦਿੱਤੇ ਵੀਜ਼ੇ, ਵਰਲਡ ਕੱਪ 'ਚ ਖੇਡਣ ਦਾ ਰਾਹ ਸਾਫ਼। ਟਰੰਪ ਦੇ ਨਵੇਂ ਬੈਂਕਿੰਗ ਆਰਡਰ ਦੇ ਨਾਲ ਕਰਜ਼ਾ ਲੈਣਾ ਹੋ ਸਕਦਾ ਹੈ ਔਖਾ, ਬੈਂਕਾਂ ਨੂੰ ਮਿਲਣਗੇ ਵਧੇਰੇ ਅਧਿਕਾਰ, ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ। ਡੋਜ਼ ਦੇ ਗੰਭੀਰ ਦੋਸ਼, 27 ਲੱਖ ਜ਼ਿੰਦਾ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰਨ ਦੀ ਯੋਜਨਾ ਦਾ ਖੁਲਾਸਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ H1B ਵੀਜ਼ਾ ਧਾਰਕਾਂ ਲਈ ਇੱਕ ਮਹੱਤਵਪੂਰਨ ਵਿਕਾਸ ਸਾਹਮਣੇ ਆਇਆ ਹੈ। ਟੈਕਸਾਸ ਤੋਂ ਰਿਪਬਲਿਕਨ ਕਾਂਗਰਸਮੈਨ ਚਿਪ ਰੋਏ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਜਿਸ ਦਾ ਮਕਸਦ H1B ਵੀਜ਼ਾ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ ਕਰਨਾ ਹੈ। ਅਮਰੀਕਨ ਵਾਈਟ ਕੋਲਰ ਵਰਕਰ ਜੌਬਸ ਐਕਟ ਨਾਮ ਦੇ ਇਸ ਬਿੱਲ ਤਹਿਤ H1B ਵੀਜ਼ੇ ਨੂੰ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਰਸਤੇ ਵਜੋਂ ਵਰਤਣ ਦੀ ਪ੍ਰਥਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਵੀ ਖਤਮ ਕਰਨ ਦੀ ਤਜਵੀਜ਼ ਰੱਖੀ ਗਈ ਹੈ। OPT ਉਹ ਪ੍ਰੋਗਰਾਮ ਹੈ ਜਿਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮੇਂ ਲਈ ਕੰਮ ਕਰ ਸਕਦੇ ਹਨ। ਕਾਂਗਰਸਮੈਨ ਚਿਪ ਰੋਏ ਨੇ ਇਹ ਕਿਹਾ ਹੈ ਕਿ ਇਹ ਬਿੱਲ ਅਮਰੀਕੀ ਨਾਗਰਿਕਾਂ, ਖਾਸ ਕਰਕੇ STEM ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥਮੈਟਿਕਸ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਨੌਕਰੀਆਂ ਦੇ ਮੌਕੇ ਸੁਰੱਖਿਅਤ ਕਰਨ ਲਈ ਲਿਆਂਦਾ ਗਿਆ ਹੈ। ਉਹਨਾਂ ਦਾ ਦਾਅਵਾ ਹੈ ਕਿ ਵਿਦੇਸ਼ੀ ਕਰਮਚਾਰੀਆਂ ਦੀ ਵੱਡੀ ਗਿਣਤੀ ਅਮਰੀਕੀ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਨੌਕਰੀਆਂ ਤੇ ਅਸਰ ਪਾਉਂਦੀ ਹੈ। ਮੌਜੂਦਾ ਸਮੇਂ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਡਾਕਟਰੀ, ਇੰਜੀਨੀਅਰਿੰਗ, IT ਅਤੇ ਹੋਰ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਕਈ H1B ਧਾਰਕ ਬਾਅਦ ਵਿੱਚ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਲਈ ਅਰਜ਼ੀ ਦੇ ਕੇ ਅਮਰੀਕਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਦੇ ਹਨ। ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਬਿੱਲ ਦੇ ਕਾਨੂੰਨ ਬਣਨ ਦੀ ਸੰਭਾਵਨਾ ਇਸ ਵੇਲੇ ਕਾਫੀ ਘੱਟ ਹੈ। ਬਿੱਲ ਨੂੰ ਪਹਿਲਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਅਤੇ ਫਿਰ ਸੈਨੇਟ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਬਾਅਦ ਹੀ ਇਹ ਕਾਨੂੰਨ ਬਣ ਸਕੇਗਾ। ਇਸ ਲਈ ਫਿਲਹਾਲ H1B ਵੀਜ਼ਾ ਧਾਰਕਾਂ ਜਾਂ OPT ਵਿਦਿਆਰਥੀਆਂ ਲਈ ਕੋਈ ਤੁਰੰਤ ਤਬਦੀਲੀ ਨਹੀਂ ਆਈ ਹੈ। ਹਾਲਾਂਕਿ ਇਹ ਪ੍ਰਸਤਾਵ ਇਸ ਗੱਲ ਦਾ ਸੰਕੇਤ ਜ਼ਰੂਰ ਦਿੰਦਾ ਹੈ ਕਿ ਵਾਸ਼ਿੰਗਟਨ ਵਿੱਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚਰਚਾ ਹੋਰ ਤਿੱਖੀ ਹੋ ਰਹੀ ਹੈ। ਜੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਬਿੱਲਾਂ ਨੂੰ ਵਧੇਰੇ ਸਮਰਥਨ ਮਿਲਦਾ ਹੈ ਤਾਂ H1B ਅਤੇ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਆ ਸਕਦੇ ਹਨ। ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੂੰ ਇੱਕ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਰੋਡ ਆਈਲੈਂਡ ਦੀ ਫੈਡਰਲ ਅਦਾਲਤ ਦੇ ਜੱਜ ਜੌਨ ਜੂਨੀਅਰ ਨੇ ਟਰੰਪ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਅਸਾਈਲਮ, ਵਰਕ ਪਰਮਿਟ, ਗ੍ਰੀਨ ਕਾਰਡ ਅਤੇ ਨਾਗਰਿਕਤਾ ਸੰਬੰਧੀ ਰੋਕੀਆਂ ਗਈਆਂ ਅਰਜ਼ੀਆਂ ਦੀ ਪ੍ਰਕਿਰਿਆ ਤੁਰੰਤ ਮੁੜ ਸ਼ੁਰੂ ਕੀਤੀ ਜਾਵੇ। ਅਦਾਲਤ ਨੇ ਕਿਹਾ ਕਿ ਹਜ਼ਾਰਾਂ ਇਮੀਗ੍ਰੈਂਟ ਮਹੀਨਿਆਂ ਤੋਂ ਕਾਨੂੰਨੀ ਅਨਿਸ਼ਚਿਤਤਾ ਵਿੱਚ ਜੀ ਰਹੇ ਹਨ ਅਤੇ ਸਰਕਾਰ ਵੱਲੋਂ ਕੇਸਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਕੇ ਰੱਖਣਾ ਕਾਨੂੰਨ ਦੇ ਖਿਲਾਫ ਹੈ। ਜੱਜ ਨੇ ਆਪਣੇ 135 ਸਫ਼ਿਆਂ ਦੇ ਫੈਸਲੇ ਵਿੱਚ ਕਿਹਾ ਹੈ ਕਿ ਪ੍ਰਭਾਵਿਤ ਲੋਕਾਂ ਨੇ ਅਮਰੀਕਾ ਵਿੱਚ ਆਉਣ ਅਤੇ ਰਹਿਣ ਦੇ ਲਈ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਸੀ, ਪਰ ਫਿਰ ਵੀ ਉਹਨਾਂ ਦੀਆਂ ਅਰਜ਼ੀਆਂ ਨੂੰ ਸਿਰਫ ਉਹਨਾਂ ਦੇ ਜਨਮ ਦੇਸ਼ ਦੇ ਆਧਾਰ ਤੇ ਰੋਕ ਦਿੱਤਾ ਗਿਆ। ਫੈਸਲੇ ਅਨੁਸਾਰ ਕਈ ਲੋਕ ਵਰਕ ਪਰਮਿਟਾਂ ਤੋਂ ਵਾਂਝੇ ਰਹੇ, ਗ੍ਰੀਨ ਕਾਰਡ ਕੇਸ ਅਟਕ ਗਏ ਅਤੇ ਨਾਗਰਿਕਤਾ ਸਮਾਰੋਹ ਵੀ ਰੱਦ ਹੋ ਗਏ, ਜਿਸ ਕਾਰਨ ਉਹ ਆਪਣੇ ਭਵਿੱਖ ਦੀ ਕੋਈ ਯੋਜਨਾ ਨਹੀਂ ਬਣਾ ਸਕੇ। ਇਹ ਮਾਮਲਾ ਉਸ ਨੀਤੀ ਨਾਲ ਜੁੜਿਆ ਹੋਇਆ ਹੈ ਜਿਸ ਤਹਿਤ ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਨਵੰਬਰ ਵਿੱਚ 39 ਦੇਸ਼ਾਂ ਦੇ ਨਾਲ ਸੰਬੰਧਿਤ ਕਈ ਇਮੀਗ੍ਰੇਸ਼ਨ ਅਰਜ਼ੀਆਂ ਦੀ ਕਾਰਵਾਈ ਰੋਕ ਦਿੱਤੀ ਸੀ। ਸਰਕਾਰ ਦਾ ਦਾਅਵਾ ਸੀ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਜਾਂਚ ਨੂੰ ਮਜ਼ਬੂਤ ਕਰਨ ਲਈ ਲਿਆ ਗਿਆ ਸੀ, ਪਰ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਫੈਸਲੇ ਤੋਂ ਬਾਅਦ ਸਰਕਾਰ ਨੂੰ ਅਸਾਈਲਮ ਕੇਸਾਂ ਦੀ ਸੁਣਵਾਈ, ਵਰਕ ਪਰਮਿਟਾਂ ਦੀ ਮਨਜ਼ੂਰੀ, ਗ੍ਰੀਨ ਕਾਰਡ ਅਰਜ਼ੀਆਂ ਅਤੇ ਨਾਗਰਿਕਤਾ ਪ੍ਰਕਿਰਿਆ ਨੂੰ ਮੁੜ ਚਾਲੂ ਕਰਨਾ ਪਵੇਗਾ। ਰੋਕੇ ਗਏ ਨੈਚੁਰਲਾਈਜੇਸ਼ਨ ਸਮਾਰੋਹ ਵੀ ਦੁਬਾਰਾ ਕਰਵਾਏ ਜਾਣਗੇ। ਇਸ ਨਾਲ ਹਜ਼ਾਰਾਂ ਇਮੀਗ੍ਰੈਂਟਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਦੂਜੇ ਪਾਸੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਅਦਾਲਤੀ ਫੈਸਲੇ ਦੀ ਆਲੋਚਨਾ ਕਰਦਿਆਂ ਇਹ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲਗਾਤਾਰ ਰਾਜਨੀਤਿਕ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਫੈਸਲੇ ਨੂੰ ਕਾਨੂੰਨ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਇਹ ਕਿਹਾ ਹੈ ਕਿ ਸਰਕਾਰ ਕਿਸੇ ਵੀ ਵਿਅਕਤੀ ਨਾਲ ਉਸ ਦੇ ਮੂਲ ਦੇਸ਼ ਦੇ ਆਧਾਰ ਤੇ ਭੇਦਭਾਵ ਨਹੀਂ ਕਰ ਸਕਦੀ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਫੈਸਲਾ ਬਰਕਰਾਰ ਰਹਿੰਦਾ ਹੈ ਤਾਂ ਹਜ਼ਾਰਾਂ ਅਸਾਈਲਮ ਅਰਜ਼ੀਕਾਰਾਂ, ਵਰਕ ਪਰਮਿਟ ਉਮੀਦਵਾਰਾਂ ਅਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਨੂੰ ਦੇ ਕੇਸ ਜੋ ਨੇ ਮੁੜ ਅੱਗੇ ਵਧਣਗੇ। ਇਹ ਫੈਸਲਾ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਦੁਰਗਾਮੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਇੱਕ ਵੱਡਾ ਵਿਰੋਧ ਪਾਸ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਅਮਰੀਕੀ ਸੈਨੇਟ ਨੇ ਸਰਹੱਦੀ ਸੁਰੱਖਿਆ, ਡੈਪੋਰਟੇਸ਼ਨ ਕਾਰਵਾਈਆਂ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਲਈ ਵਾਧੂ $70 ਬਿਲੀਅਨ ਦੀ ਮਨਜ਼ੂਰੀ ਦਿੱਤੀ ਹੈ, ਜਦਕਿ ਦੂਜੇ ਪਾਸੇ ਦੇਸ਼ ਦੇ ਕਈ ਉਦਯੋਗ ਮਜ਼ਦੂਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਹ ਸਥਿਤੀ ਸਿਰਫ ਅਮਰੀਕਾ ਤੱਕ ਸੀਮਿਤ ਨਹੀਂ ਹੈ, ਸਗੋਂ ਯੂਰਪ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਕਈ ਵਿਕਸਿਤ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕਈ ਦਹਾਕਿਆਂ ਤੱਕ ਇਮੀਗ੍ਰੇਸ਼ਨ ਨੂੰ ਆਰਥਿਕ ਵਿਕਾਸ ਦੇ ਇੱਕ ਮਹੱਤਵਪੂਰਨ ਸਾਧਨ ਵਜੋਂ ਦੇਖਿਆ ਜਾਂਦਾ ਸੀ। ਪ੍ਰਵਾਸੀ ਮਜ਼ਦੂਰਾਂ ਨੇ ਉਦਯੋਗਾਂ ਨੂੰ ਕਾਮੇ ਦਿੱਤੇ, ਸਰਕਾਰਾਂ ਨੂੰ ਵਧੇਰੇ ਟੈਕਸ ਮਿਲੇ ਅਤੇ ਵਧਦੀ ਆਬਾਦੀ ਨੇ ਆਰਥਿਕ ਗਤੀਵਿਧੀ ਨੂੰ ਮਜ਼ਬੂਤ ਕੀਤਾ ਹੈ। ਪਰ ਹੁਣ ਇਮੀਗ੍ਰੇਸ਼ਨ ਬਾਰੇ ਚਰਚਾ ਸਿਰਫ ਰੋਜ਼ਗਾਰ ਤੱਕ ਸੀਮਿਤ ਨਹੀਂ ਰਹੀ। ਘਰਾਂ ਦੀਆਂ ਵਧਦੀਆਂ ਕੀਮਤਾਂ, ਸਰਕਾਰੀ ਸੇਵਾਵਾਂ ਦੇ ਵੱਧਦਾ ਦਬਾਅ, ਆਵਾਜਾਈ ਅਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਅਤੇ ਸਮਾਜਿਕ ਤਾਲਮੇਲ ਦੇ ਮੁੱਦੇ ਵੀ ਇਸ ਚਰਚਾ ਦਾ ਹਿੱਸਾ ਬਣ ਚੁੱਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਆਬਾਦੀ ਵਾਧੇ ਦੇ ਮੁਕਾਬਲੇ ਘਰਾਂ ਦੀ ਉਸਾਰੀ ਨਹੀਂ ਹੋਈ। ਨਤੀਜੇ ਵਜੋਂ ਕਿਰਾਏ ਅਤੇ ਘਰਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ। ਕਈ ਲੋਕ ਮੰਨਦੇ ਹਨ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ, ਜਿਸ ਵਿੱਚ ਪ੍ਰਵਾਸ ਵੀ ਸ਼ਾਮਲ ਹੈ, ਹਾਊਸਿੰਗ ਸੰਕਟ ਨੂੰ ਹੋਰ ਗੰਭੀਰ ਬਣਾ ਰਹੀ ਹੈ। ਇਸ ਕਾਰਨ ਸਿਆਸੀ ਆਗੂਆਂ ਤੇ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦਾ ਦਬਾਅ ਵਧਿਆ ਹੈ। ਭਾਵੇਂ ਉਦਯੋਗਾਂ ਨੂੰ ਅਜੇ ਵੀ ਮਜ਼ਦੂਰਾਂ ਦੀ ਲੋੜ ਹੈ। ਹੈਲਥ ਕੇਅਰ, ਖੇਤੀਬਾੜੀ, ਨਿਰਮਾਣ, ਹੋਟਲ ਅਤੇ ਰੈਸਟੋਰੈਂਟ ਉਦਯੋਗ, ਟਰਾਂਸਪੋਰਟ ਅਤੇ ਲੌਜਿਸਟਿਕ ਵਰਗੇ ਖੇਤਰਾਂ ਵਿੱਚ ਅਜੇ ਵੀ ਮਜ਼ਦੂਰਾਂ ਦੀ ਭਾਰੀ ਕਮੀ ਹੈ। ਕਾਰੋਬਾਰਾਂ ਦਾ ਕਹਿਣਾ ਹੈ ਕਿ ਸਥਾਨਕ ਵਰਕਫੋਰਸ ਦੀ ਗਿਣਤੀ ਇੰਨੀ ਤੇਜ਼ੀ ਨਾਲ ਨਹੀਂ ਵਧ ਰਹੀ ਕਿ ਉਹ ਮੰਗ ਨੂੰ ਪੂਰਾ ਕਰ ਸਕੇ। ਇਸ ਤੋਂ ਇਲਾਵਾ ਵਿਕਸਿਤ ਦੇਸ਼ਾਂ ਵਿੱਚ ਜਨਮ ਦਰ ਘਟ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਨ ਘੱਟ ਕਰਮਚਾਰੀਆਂ ਨੂੰ ਵੱਧ ਰਿਟਾਇਰ ਹੋ ਰਹੇ ਲੋਕਾਂ ਦਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਇਸ ਸਥਿਤੀ ਵਿੱਚ ਇੱਕ ਹੋਰ ਵੱਡਾ ਤੱਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨਸ ਹੈ। ਕਈ ਕੰਪਨੀਆਂ ਹੁਣ ਵਧੇਰੇ ਕਰਮਚਾਰੀ ਭਰਤੀ ਕਰਨ ਦੀ ਬਜਾਏ AI ਅਤੇ ਆਧੁਨਿਕ ਟੈਕਨੋਲੋਜੀ ਵਿੱਚ ਨਿਵੇਸ਼ ਕਰ ਰਹੀਆਂ ਹਨ। ਕੁਝ ਨੀਤੀ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਇਮੀਗ੍ਰੇਸ਼ਨ ਦੀ ਬਜਾਏ ਟੈਕਨੋਲੋਜੀ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ AI ਤੁਰੰਤ ਵੱਡੀ ਗਿਣਤੀ ਵਿੱਚ ਮਨੁੱਖੀ ਕਰਮਚਾਰੀਆਂ ਦੀ ਥਾਂ ਨਹੀਂ ਲੈ ਸਕਦਾ, ਪਰ ਇਹ ਮਜ਼ਦੂਰੀ ਬਾਜ਼ਾਰ ਦੀਆਂ ਲੋੜਾਂ ਬਾਰੇ ਸੋਚ ਨੂੰ ਬਦਲ ਰਹੀ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਲਈ ਵਧੇਰੇ ਫੰਡਿੰਗ ਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਇਮੀਗ੍ਰੇਸ਼ਨ ਹੁਣ ਸਿਰਫ ਸਰਹੱਦਾਂ ਦਾ ਮੁੱਦਾ ਨਹੀਂ ਰਿਹਾ। ਇਹ ਹਾਊਸਿੰਗ, ਆਰਥਿਕ ਯੋਜਨਾਬੰਦੀ, ਸਰਕਾਰੀ ਖਰਚਿਆਂ ਅਤੇ ਰੋਜ਼ਗਾਰ ਨੀਤੀਆਂ ਨਾਲ ਜੁੜਿਆ ਹੋਇਆ ਇੱਕ ਵੱਡਾ ਰਾਸ਼ਟਰੀ ਮੁੱਦਾ ਬਣ ਗਿਆ ਹੈ। ਕੈਨੇਡਾ, ਬ੍ਰਿਟੇਨ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਬਹਿਸ ਤੇਜ਼ ਹੋਈ ਹੈ। ਭਾਵੇਂ ਉੱਥੇ ਦੇ ਉਦਯੋਗਾਂ ਨੂੰ ਵੀ ਮਜ਼ਦੂਰਾਂ ਦੀ ਲੋੜ ਹੈ, ਪਰ ਸਰਕਾਰ ਆਬਾਦੀ ਵਾਧੇ ਅਤੇ ਬੁਨਿਆਦੀ ਢਾਂਚੇ ਤੇ ਪੈ ਰਹੇ ਦਬਾਅ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਵੱਲ ਵਧ ਰਹੀਆਂ ਹਨ। ਮਾਹਰਾਂ ਦੇ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਇਹ ਚੁਣੌਤੀ ਹੋਰ ਵੱਡੀ ਹੋ ਸਕਦੀ ਹੈ। ਜਿਵੇਂ-ਜਿਵੇਂ ਆਬਾਦੀ ਬੁੱਢੀ ਹੋਵੇਗੀ, ਘਰਾਂ ਦੀ ਕਮੀ ਜਾਰੀ ਰਹੇਗੀ ਅਤੇ AI ਦਾ ਪ੍ਰਭਾਵ ਵਧੇਗਾ। ਸਰਕਾਰਾਂ ਨੂੰ ਆਰਥਿਕ ਵਿਕਾਸ ਅਤੇ ਇਮੀਗ੍ਰੇਸ਼ਨ ਕੰਟਰੋਲ ਵਿਚਕਾਰ ਸੰਤੁਲਨ ਬਣਾਉਣਾ ਹੋਵੇਗਾ। ਇਮੀਗ੍ਰੇਸ਼ਨ ਬਾਰੇ ਬਹਿਸ ਹੁਣ ਸਿਰਫ ਇਸ ਗੱਲ ਤੱਕ ਸੀਮਿਤ ਨਹੀਂ ਰਹੀ ਕਿ ਕੌਣ ਸਰਹੱਦ ਪਾਰ ਕਰਦਾ ਹੈ। ਇਹ ਹੁਣ ਇਸ ਸਵਾਲ ਨਾਲ ਜੁੜ ਗਈ ਹੈ ਕਿ ਦੇਸ਼ ਆਪਣੇ ਮਜ਼ਦੂਰਾਂ ਦੀ ਕਮੀ, ਵੱਧ ਰਹੀਆਂ ਲਾਗਤਾਂ, ਹਾਊਸਿੰਗ ਸੰਕਟ, ਟੈਕਨੋਲੋਜੀ ਬਦਲਾਅ ਅਤੇ ਆਰਥਿਕ ਵਿਕਾਸ ਨੂੰ ਕਿਵੇਂ ਸੰਭਾਲਣਗੇ। ਇਹੀ ਕਾਰਨ ਹੈ ਕਿ ਅਮਰੀਕਾ ਸਮੇਤ ਕਈ ਵਿਕਸਿਤ ਦੇਸ਼ਾਂ ਦੇ ਵਿੱਚ ਇਮੀਗ੍ਰੇਸ਼ਨ ਅੱਜ ਸਭ ਤੋਂ ਵੱਡੇ ਸਿਆਸੀ ਅਤੇ ਆਰਥਿਕ ਮੁੱਦਿਆਂ ਵਿੱਚੋਂ ਇੱਕ ਬਣ ਚੁੱਕਾ ਹੈ। ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅਮਰੀਕੀ ਸਰਕਾਰ ਨੇ ਈਰਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ। ਇਸ ਨਾਲ ਈਰਾਨ ਦੀ ਟੀਮ ਲਈ ਅਮਰੀਕਾ ਵਿੱਚ ਹੋਣ ਵਾਲੇ FIFA ਵਰਲਡ ਕੱਪ ਵਿੱਚ ਹਿੱਸਾ ਲੈਣ ਦਾ ਰਾਹ ਸਾਫ਼ ਹੋ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਹਫ਼ਤੇ ਕਾਂਗਰਸ ਵਿੱਚ ਗਵਾਹੀ ਦੌਰਾਨ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੂੰ ਈਰਾਨ ਦੀ ਫੁੱਟਬਾਲ ਟੀਮ ਨੂੰ ਵੀਜ਼ਾ ਦੇਣ ਤੇ ਕੋਈ ਇਤਰਾਜ਼ ਨਹੀਂ ਹੈ। ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਖੇਡਾਂ ਦੇ ਨਾਂ ਤੇ ਈਰਾਨ ਦੀ ਕਿਸੇ ਸਰਕਾਰੀ ਜਾਂ ਫੌਜੀ ਸੰਸਥਾ ਨਾਲ ਜੁੜੇ ਲੋਕਾਂ ਨੂੰ ਡੈਲੀਗੇਸ਼ਨਸ ਵਿੱਚ ਸ਼ਾਮਲ ਨਾ ਕੀਤਾ ਜਾਵੇ। ਰੂਬੀਓ ਨੇ ਕਿਹਾ ਕਿ ਅਮਰੀਕਾ ਖਾਸ ਤੌਰ ਤੇ ਇਸ ਗੱਲ ਤੇ ਨਜ਼ਰ ਰੱਖੇਗਾ ਕਿ ਈਰਾਨ ਦੀ ਟੀਮ ਦੇ ਨਾਲ ਅਜਿਹੇ ਲੋਕ ਨਾ ਆਉਣ ਜਿਨ੍ਹਾਂ ਦੇ ਸਬੰਧ ਈਰਾਨ ਦੀ ਫੌਜੀ ਇਕਾਈ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨਾਲ ਹੋਣ ਅਤੇ ਜਿਨ੍ਹਾਂ ਦਾ ਖੇਡਾਂ ਨਾਲ ਕੋਈ ਸਬੰਧ ਨਾ ਹੋਵੇ।
ਉਧਰ ਟੌਮ ਬੈਰਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਦੱਸਿਆ ਕਿ ਤੁਰਕੀ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੀ ਟੀਮ ਨੇ ਈਰਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਲਈ ਵੀਜ਼ਾ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਸਰਹੱਦਾਂ ਤੋਂ ਉੱਪਰ ਹੁੰਦੀਆਂ ਹਨ ਅਤੇ ਅਮਰੀਕਾ ਦੁਨੀਆ ਭਰ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਈਰਾਨ ਦੀ ਟੀਮ ਆਪਣੇ ਮੈਚ ਅਮਰੀਕਾ ਵਿੱਚ ਖੇਡੇਗੀ, ਪਰ ਜਾਣਕਾਰੀ ਦੇ ਅਨੁਸਾਰ ਟੀਮ ਦਾ ਮੁੱਖ ਟਿਕਾਣਾ ਮੈਕਸੀਕੋ ਵਿੱਚ ਹੋਵੇਗਾ। ਇਸ ਦਾ ਇੱਕ ਕਾਰਨ ਅਮਰੀਕਾ ਵੱਲੋਂ ਈਰਾਨ ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਹੋਰ ਲੌਜਿਸਟਿਕ ਮੁਸ਼ਕਲਾਂ ਹਨ। ਇਸ ਸਾਲ ਮਾਰਚ ਵਿੱਚ ਈਰਾਨ ਦੇ ਖੇਡ ਮੰਤਰੀ ਨੇ ਕਿਹਾ ਸੀ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਤਣਾਅ ਦੇ ਮੱਦੇਨਜ਼ਰ ਈਰਾਨ ਦੀ ਟੀਮ ਵਰਲਡ ਕੱਪ ਵਿੱਚ ਹਿੱਸਾ ਨਹੀਂ ਲਵੇਗੀ। ਪਰ ਬਾਅਦ ਵਿੱਚ ਜਗਬੰਦੀ ਹੋਣ ਤੋਂ ਬਾਅਦ ਈਰਾਨੀ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਨੇ ਇਹ ਕਿਹਾ ਕਿ ਵਰਲਡ ਕੱਪ ਵਿੱਚ ਖੇਡਣਾ ਈਰਾਨ ਦਾ ਅਧਿਕਾਰ ਹੈ ਅਤੇ ਟੀਮ ਯੋਗਤਾ ਹਾਸਲ ਕਰ ਚੁੱਕੀ ਹੈ। ਫੀਫਾ ਦੇ ਪ੍ਰਧਾਨ ਨੇ ਵੀ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਈਰਾਨ ਦੀ ਟੀਮ ਵਰਲਡ ਕੱਪ ਵਿੱਚ ਹਿੱਸਾ ਲਵੇਗੀ ਅਤੇ ਉਸਦੇ ਕੁਝ ਮੈਚ ਅਮਰੀਕਾ ਵਿੱਚ ਖੇਡੇ ਜਾਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਐਗਜ਼ੀਕਿਊਟਿਵ ਆਰਡਰ ਨੇ ਬੈਂਕਿੰਗ ਅਤੇ ਕਰਜ਼ਾ ਪ੍ਰਣਾਲੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਆਰਡਰ ਵਿੱਤੀ ਅਪਰਾਧਾਂ, ਟੈਕਸ ਚੋਰੀ, ਮਨੁੱਖੀ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਆਮ ਲੋਕਾਂ, ਖਾਸ ਕਰਕੇ ਪ੍ਰਵਾਸੀਆਂ ਅਤੇ ਗੈਰ ਰਵਾਇਤੀ ਆਮਦਨ ਵਾਲੇ ਲੋਕਾਂ ਤੇ ਵੀ ਪੈ ਸਕਦਾ ਹੈ। ਨਵੇਂ ਆਰਡਰ ਤਹਿਤ ਅਮਰੀਕੀ ਖਜ਼ਾਨਾ ਵਿਭਾਗ ਨੂੰ ਬੈਂਕਾਂ ਲਈ ਨਵੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਆਪਣੇ ਗਾਹਕਾਂ ਦੀ ਵਧੇਰੇ ਡੂੰਘਾਈ ਦੇ ਨਾਲ ਜਾਂਚ ਕਰ ਸਕਣ। ਬੈਂਕਾਂ ਨੂੰ ਹੁਣ ਖਾਤਾ ਖੋਲ੍ਹਣ, ਕ੍ਰੈਡਿਟ ਕਾਰਡ ਜਾਰੀ ਕਰਨ, ਕਰਜ਼ਾ ਦੇਣ ਜਾਂ ਮੌਰਗੇਜ ਮਨਜ਼ੂਰ ਕਰਨ ਤੋਂ ਪਹਿਲਾਂ ਗਾਹਕਾਂ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਾਈਟ ਹਾਊਸ ਦਾ ਇਹ ਕਹਿਣਾ ਹੈ ਕਿ ਕੁਝ ਲੋਕ ਬੈਂਕਿੰਗ ਪ੍ਰਣਾਲੀ ਦੀ ਵਰਤੋਂ ਟੈਕਸ ਚੋਰੀ, ਗੈਰ ਕਾਨੂੰਨੀ ਤਨਖਾਹਾਂ, ਲੁਕਵੇਂ ਖਾਤਿਆਂ ਅਤੇ ਹੋਰ ਵਿੱਤੀ ਅਪਰਾਧਾਂ ਲਈ ਕਰਦੇ ਹਨ। ਇਸ ਲਈ ਬੈਂਕਾਂ ਨੂੰ ਸ਼ੱਕੀ ਲੈਣ ਦੇਣ ਅਤੇ ਗਾਹਕਾਂ ਦੀ ਪਛਾਣ ਬਾਰੇ ਹੋਰ ਸਖਤੀ ਵਰਤਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬੈਂਕਾਂ ਨੂੰ ਕਸਟਮਰ ਡਿਊ ਡਿਲੀਜੈਂਸ ਯਾਨੀ ਕਿ ਗਾਹਕ ਦੀ ਪੂਰੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਬੈਂਕ ਖਾਤਾ ਖੋਲ੍ਹਣ ਜਾਂ ਕਰਜ਼ਾ ਲੈਣ ਸਮੇਂ ਵਧੇਰੇ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਆਖਿਰ ਬੈਂਕ ਕਰਜ਼ੇ ਦੇਣ ਵਿੱਚ ਸਖਤ ਹੋ ਸਕਦੇ ਹਨ ਕਿ ਨਹੀਂ, ਇਹ ਸਵਾਲ ਪੈਦਾ ਹੋ ਰਿਹਾ। ਆਰਡਰ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਬੈਂਕ ਕਿਸੇ ਖਾਸ ਵਰਗ ਨੂੰ ਕਰਜ਼ਾ ਦੇਣਾ ਬੰਦ ਕਰ ਦੇਣ, ਪਰ ਮਾਹਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਸਰਕਾਰ ਜ਼ੋਖਮਾਂ ਬਾਰੇ ਵਧੇਰੇ ਚੇਤਾਵਨੀ ਦਿੰਦੀ ਹੈ ਤਾਂ ਬੈਂਕ ਆਪਣੇ ਨਿਯਮ ਸਖਤ ਕਰ ਲੈਂਦੇ ਹਨ। ਜੇ ਕਿਸੇ ਬੈਂਕ ਨੂੰ ਲੱਗਦਾ ਹੈ ਕਿ ਕਰਜ਼ਾ ਲੈਣ ਵਾਲੇ ਦੀ ਨੌਕਰੀ, ਇਮੀਗ੍ਰੇਸ਼ਨ ਸਥਿਤੀ ਜਾਂ ਆਮਦਨ ਭਵਿੱਖ ਵਿੱਚ ਪ੍ਰਭਾਵਿਤ ਹੋ ਸਕਦੀ ਹੈ ਤਾਂ ਉਹ ਕਰਜ਼ਾ ਮਨਜ਼ੂਰ ਕਰਨ ਵਿੱਚ ਹਿਚਕਿਚਾਹਟ ਦਿਖਾ ਸਕਦਾ ਹੈ। ਇਸ ਨੀਤੀ ਦਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ ਤੇ ਪੈ ਸਕਦਾ ਹੈ ਜਿਨ੍ਹਾਂ ਦੇ ਕੋਲ ਘੱਟ ਕ੍ਰੈਡਿਟ ਕਾਰਡ ਹਿਸਟਰੀ ਹੈ, ਆਮਦਨ ਦਾ ਰਵਾਇਤੀ ਰਿਕਾਰਡ ਨਹੀਂ ਹੈ, ਸੈਲਫ ਇੰਪਲੋਇਡ ਹਨ, ਕੈਸ਼ ਬੇਸਡ ਕਾਰੋਬਾਰ ਕਰਦੇ ਹਨ, ਸੋਸ਼ਲ ਸਿਕਿਉਰਿਟੀ ਨੰਬਰ ਦੀ ਬਜਾਏ ITIN ਵਰਤਦੇ ਹਨ। ਖਾਸ ਤੌਰ ਤੇ ITIN ਦੇ ਆਧਾਰ ਤੇ ਮੌਰਗੇਜ ਲੈਣ ਵਾਲੇ ਪ੍ਰਵਾਸੀ ਪਰਿਵਾਰਾਂ ਲਈ ਇਹ ਖਬਰ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅਮਰੀਕਾ ਵਿੱਚ ਪਹਿਲਾਂ ਹੀ ITIN ਮੌਰਗੇਜਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਵਧੀਕ ਜਾਂਚ ਕਾਰਨ ਇਹ ਹੋਰ ਵੀ ਘੱਟ ਹੋ ਸਕਦੀ ਹੈ। ਘਰ ਖਰੀਦਣ ਵਾਲਿਆਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਹੁਣ ਮੌਰਗੇਜ ਲੈਣਾ ਔਖਾ ਹੋ ਜਾਵੇਗਾ। ਇੱਥੇ ਮਾਹਰਾਂ ਦਾ ਕਹਿਣਾ ਹੈ ਕਿ ਮੌਰਗੇਜ ਕੰਪਨੀਆਂ ਅਤੇ ਬੈਂਕ ਪਹਿਲਾਂ ਹੀ ਸਖਤ ਜਾਂਚ ਕਰਦੇ ਹਨ। ਜੇ ਨਵੇਂ ਨਿਯਮਾਂ ਦੇ ਤਹਿਤ ਹੋਰ ਦਸਤਾਵੇਜ਼ ਅਤੇ ਹੋਰ ਪੜਤਾਲ ਸ਼ਾਮਲ ਹੋ ਜਾਂਦੀ ਹੈ ਤਾਂ ਮਨਜ਼ੂਰੀ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ। ਕੁਝ ਅਰਜ਼ੀਆਂ ਰੱਦ ਹੋ ਸਕਦੀਆਂ ਹਨ। ਡਾਊਨ ਪੇਮੈਂਟ ਅਤੇ ਆਮਦਨ ਦੇ ਸਬੂਤਾਂ ਤੇ ਹੋਰ ਜ਼ੋਰ ਦਿੱਤਾ ਜਾ ਸਕਦਾ ਹੈ। ਇਹ ਖਾਸ ਕਰਕੇ ਉਹਨਾਂ ਪ੍ਰਵਾਸੀ ਪਰਿਵਾਰਾਂ ਲਈ ਮਹੱਤਵਪੂਰਨ ਹੋਵੇਗਾ ਜੋ ਪਹਿਲੀ ਵਾਰ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਸਰਕਾਰੀ ਡੇਟਾ ਦੀ ਵਰਤੋਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇੱਕ ਸਾਬਕਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਸਰਕਾਰੀ ਕਾਰਗੁਜ਼ਾਰੀ ਪ੍ਰੋਗਰਾਮ DOS ਯਾਨੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਕੁਝ ਅਧਿਕਾਰੀਆਂ ਨੇ ਲੱਖਾਂ ਜ਼ਿੰਦਾ ਲੋਕਾਂ ਨੂੰ ਸਰਕਾਰੀ ਰਿਕਾਰਡਾਂ ਦੇ ਵਿੱਚ ਮ੍ਰਿਤਕ ਦਰਸਾਉਣ ਦੀ ਯੋਜਨਾ ਬਣਾਈ ਸੀ। ਲੰਬੇ ਸਮੇਂ ਤੱਕ SSA ਵਿੱਚ ਕੰਮ ਕਰ ਚੁੱਕੇ ਇਸ ਅਧਿਕਾਰੀ ਨੇ ਸੈਨੇਟ ਦੀਆਂ 2 ਕਮੇਟੀਆਂ ਕੋਲ ਦਾਇਰ ਇੱਕ ਵਿਸਲ ਬਲੋਅਰ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਲਗਭਗ 27 ਲੱਖ ਲੋਕਾਂ ਨੂੰ ਸੋਸ਼ਲ ਸਿਕਿਉਰਿਟੀ ਦੀ ਡੈਥ ਮਾਸਟਰ ਫਾਈਲ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਸੀ, ਭਾਵੇਂ ਉਹ ਜ਼ਿੰਦਾ ਹਨ। ਉਹਨਾਂ ਦੇ ਅਨੁਸਾਰ ਇਸ ਯੋਜਨਾ ਦਾ ਮਕਸਦ ਕੁਝ ਪ੍ਰਵਾਸੀਆਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਕੱਟਣਾ ਸੀ ਤਾਂ ਜੋ ਉਹ ਖੁਦ ਹੀ ਦੇਸ਼ ਛੱਡਣ ਲਈ ਮਜਬੂਰ ਹੋ ਜਾਣ ਜਾਂ ਮਦਦ ਲੈਣ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚਣ ਜਿੱਥੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕੇ। ਜੇ ਕਿਸੇ ਵਿਅਕਤੀ ਦਾ ਨਾਮ ਡੈਥ ਮਾਸਟਰ ਫਾਈਲ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਬੈਂਕਿੰਗ ਸੇਵਾਵਾਂ,
ਤਨਖਾਹ, ਸਰਕਾਰੀ ਲਾਭ ਅਤੇ ਹੋਰ ਵਿੱਤੀ ਸਹੂਲਤਾਂ ਪ੍ਰਾਪਤ ਕਰਨ ਵਿੱਚ ਗੰਭੀਰ ਮੁਸ਼ਕਲਾਂ ਆ ਸਕਦੀਆਂ ਹਨ। ਕੁਝ ਮਾਮਲਿਆਂ ਵਿੱਚ ਅਮਰੀਕੀ ਨਾਗਰਿਕ ਵੀ ਇਸ ਦੇ ਪ੍ਰਭਾਵ ਹੇਠ ਆ ਸਕਦੇ ਹਨ। ਹਾਲਾਂਕਿ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਏਜੰਸੀ ਦੇ ਬੁਲਾਰੇ ਨੇ ਕਿਹਾ ਹੈ ਕਿ 27 ਲੱਖ ਲੋਕਾਂ ਦੀ ਕੋਈ ਸੂਚੀ ਡੈਥ ਮਾਸਟਰ ਫਾਈਲ ਵਿੱਚ ਸ਼ਾਮਲ ਨਹੀਂ ਕੀਤੀ ਗਈ ਅਤੇ ਏਜੰਸੀ ਦੇ ਰਿਕਾਰਡਾਂ ਦੀ ਸਹੀਤਾ ਨੂੰ ਯਕੀਨੀ ਬਣਾਉਣ ਲਈ ਸਖਤ ਨਿਯੰਤਰਣ ਮੌਜੂਦ ਹੈ। ਉਧਰ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਇਸ ਕਥਿਤ ਯੋਜਨਾ ਬਾਰੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਇਹ ਕਿਹਾ ਕਿ ਵੱਖ-ਵੱਖ ਏਜੰਸੀਆਂ ਵਿਚਕਾਰ ਜਾਣਕਾਰੀ ਸਾਂਝੀ ਕਰਨਾ ਦੇਸ਼ ਦੀ ਸੁਰੱਖਿਆ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਪਛਾਣ ਲਈ ਜ਼ਰੂਰੀ ਹੈ। ਡੋਜ਼ ਦੀ ਸਥਾਪਨਾ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਕੀਤੀ ਸੀ ਅਤੇ ਇਸ ਦੀ ਅਗਵਾਈ ਦੇ ਲਈ ਐਲਨ ਮਸਕ ਨੂੰ ਅੱਗੇ ਲਿਆਂਦਾ ਗਿਆ ਸੀ। ਇਸ ਪ੍ਰੋਗਰਾਮ ਦਾ ਮਕਸਦ ਸਰਕਾਰੀ ਖਰਚੇ ਘਟਾਉਣਾ ਅਤੇ ਕਾਰਗੁਜ਼ਾਰੀ ਵਧਾਉਣਾ ਦੱਸਿਆ ਗਿਆ ਸੀ। ਉਸ ਅਧਿਕਾਰੀ ਨੇ ਯਾਨੀ ਕਿ ਸਾਬਕਾ ਅਧਿਕਾਰੀ ਨੇ ਇਹ ਵੀ ਦੋਸ਼ ਲਗਾਇਆ ਕਿ ਡੋਜ਼ ਦੇ ਕੁਝ ਕਰਮਚਾਰੀ ਸੋਸ਼ਲ ਸਿਕਿਉਰਿਟੀ ਦੇ ਸੰਵੇਦਨਸ਼ੀਲ ਡੇਟਾ ਤੱਕ ਪਹੁੰਚ ਕਰ ਰਹੇ ਹਨ ਅਤੇ ਉਹਨਾਂ ਦੇ ਕੰਮਕਾਜ ਬਾਰੇ ਕਈ ਸਵਾਲ ਉੱਠੇ ਸਨ। ਇਸ ਮਾਮਲੇ ਤੇ ਪਹਿਲਾਂ ਵੀ ਕੁਝ ਹੋਰ ਵਿਸਲ ਬਲੋਅਰ ਚਿੰਤਾ ਜਤਾ ਚੁੱਕੇ ਹਨ। ਦੂਜੇ ਪਾਸੇ ਡੋਜ਼ ਨਾਲ ਜੁੜੇ ਕੁਝ ਅਧਿਕਾਰੀ ਅਤੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਅਜਿਹੀ ਕਿਸੇ ਯੋਜਨਾ ਦੀ ਜਾਣਕਾਰੀ ਨਹੀਂ ਸੀ। ਇਸ ਵੇਲੇ ਇਹ ਦੋਸ਼ ਅਤੇ ਜਵਾਬੀ ਦਾਅਵੇ ਜਾਂਚ ਅਤੇ ਰਾਜਨੀਤਿਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਮਰੀਕਾ ਦੇ ਹਾਊਸਿੰਗ ਮਾਰਕੀਟ ਵੀ 2026 ਦੀਆਂ ਗਰਮੀਆਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧ ਰਹੀਆਂ ਘਰਾਂ ਦੀਆਂ ਕੀਮਤਾਂ ਹੁਣ ਹੌਲੀ-ਹੌਲੀ ਹੇਠ ਆ ਰਹੀਆਂ ਹਨ ਅਤੇ ਮਈ 2026 ਦੌਰਾਨ ਘਰਾਂ ਦੀਆਂ ਕੀਮਤਾਂ ਵਿੱਚ ਪਿਛਲੇ 9 ਸਾਲਾਂ ਦੀ ਸਭ ਤੋਂ ਵੱਡੀ ਸਾਲਾਨਾ ਗਿਰਾਵਟ ਦਰਜ ਕੀਤੀ ਗਈ ਹੈ। ਰੀਅਲ ਏਸਟੇਟ ਵੈਬਸਾਈਟ realtor.com ਦੀ ਨਵੀਂ ਰਿਪੋਰਟ ਦੇ ਅਨੁਸਾਰ ਦੇਸ਼ ਭਰ ਵਿੱਚ ਘਰਾਂ ਦੀਆਂ ਮੀਡੀਅਨ ਲਿਸਟਿੰਗ ਕੀਮਤ ਮਈ ਮਹੀਨੇ ਵਿੱਚ 2.4% ਘਟ ਕੇ $4,29,500 ਰਹਿ ਗਈ ਹੈ। ਇਹ ਲਗਾਤਾਰ 7ਵਾਂ ਮਹੀਨਾ ਹੈ ਜਦੋਂ ਘਰਾਂ ਦੀਆਂ ਲਿਸਟਿੰਗ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘਰਾਂ ਦੀ ਪ੍ਰਤੀ ਵਰਗ ਫੁੱਟ ਕੀਮਤ ਵਿੱਚ ਵੀ 2.5% ਦੀ ਗਿਰਾਵਟ ਆਈ ਹੈ। ਅਮਰੀਕਾ ਦੇ 50 ਸਭ ਤੋਂ ਵੱਡੇ ਸ਼ਹਿਰੀ ਇਲਾਕਿਆਂ ਵਿੱਚੋਂ 35 ਵਿੱਚ ਇਹ ਰੁਝਾਨ ਸਾਫ਼ ਤੌਰ ਤੇ ਦੇਖਣ ਨੂੰ ਮਿਲਿਆ। ਭਾਵੇਂ ਮੌਰਗੇਜ ਰੇਟ ਅਜੇ ਵੀ 6% ਤੋਂ ਉੱਪਰ ਚੱਲ ਰਹੇ ਹਨ ਅਤੇ ਮਹਿੰਗਾਈ ਦਾ ਦਬਾਅ ਕਾਇਮ ਹੈ, ਫਿਰ ਵੀ ਖਰੀਦਦਾਰ ਹੁਣ ਮਾਰਕੀਟ ਵਿੱਚ ਵਾਪਸੀ ਕਰ ਰਹੇ ਹਨ। ਮਈ ਮਹੀਨੇ ਦੌਰਾਨ ਘਰਾਂ ਦੇ ਉਹ ਕੰਟਰੈਕਟ ਜਿਨ੍ਹਾਂ ਵਿੱਚ ਖਰੀਦਦਾਰ ਅਤੇ ਵਿਕਰੇਤਾ ਵਿਚਕਾਰ ਸੌਦਾ ਤੈਅ ਹੋ ਗਿਆ ਪਰ ਡੀਲ ਹਲੇ ਬੰਦ ਨਹੀਂ ਹੋਈ, ਉਹਨਾਂ ਦੀ ਗਿਣਤੀ ਵਿੱਚ 4.3% ਵਾਧਾ ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਕੀਮਤਾਂ ਘਟਣ ਅਤੇ ਵਿਕਰੇਤਾਵਾਂ ਵੱਲੋਂ ਹਕੀਕਤੀ ਰੇਟ ਰੱਖਣ ਕਾਰਨ ਖਰੀਦਦਾਰਾਂ ਦਾ ਭਰੋਸਾ ਵਧਿਆ ਹੈ। ਕੋਵਿਡ ਮਹਾਮਾਰੀ ਦੌਰਾਨ ਘਰਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ ਅਤੇ ਬਹੁਤ ਸਾਰੇ ਵਿਕਰੇਤਾ ਆਪਣੇ ਘਰਾਂ ਲਈ ਬੇहद ਉੱਚੀਆਂ ਕੀਮਤਾਂ ਮੰਗ ਰਹੇ ਸਨ। ਹੁਣ ਮਾਰਕੀਟ ਦੀ ਸਥਿਤੀ ਬਦਲ ਚੁੱਕੀ ਹੈ। ਮਾਹਰਾਂ ਦੇ ਅਨੁਸਾਰ ਇਸ ਵਾਰ ਵਿਕਰੇਤਾ ਪਹਿਲੇ ਦਿਨ ਤੋਂ ਹੀ ਆਪਣੇ ਘਰਾਂ ਦੀਆਂ ਕੀਮਤ ਹਕੀਕਤ ਦੇ ਅਨੁਸਾਰ ਰੱਖ ਰਹੇ ਹਨ। ਇਸ ਦਾ ਸਬੂਤ ਇਹ ਹੈ ਕਿ ਕੀਮਤ ਘਟਾ ਕੇ ਦੁਬਾਰਾ ਵੇਚਣ ਵਾਲੀਆਂ ਲਿਸਟਿੰਗਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ 1.6% ਘੱਟ ਹੋ ਕੇ 17.5% ਰਹਿ ਗਈ ਹੈ। ਲਾਸ ਐਂਜਲਸ ਦੇ ਰੀਅਲਟਰ ਵਿਕਟਰ ਕਰੀ ਦੇ ਅਨੁਸਾਰ ਜੇ ਘਰ ਦੀ ਕੀਮਤ ਮਾਰਕੀਟ ਦੇ ਅਨੁਸਾਰ ਹੋਵੇ ਤਾਂ ਘਰ ਵਿਕ ਜਾਂਦਾ ਹੈ, ਪਰ ਜੇ ਕੀਮਤ ਵੱਧ ਰੱਖੀ ਜਾਵੇ ਤਾਂ ਘਰ ਮਹੀਨਿਆਂ ਤੱਕ ਮਾਰਕੀਟ ਵਿੱਚ ਪਿਆ ਰਹਿੰਦਾ ਹੈ। ਮਈ 2026 ਦੌਰਾਨ ਨਵੀਆਂ ਲਿਸਟਿੰਗਾਂ ਦੇ ਵਿੱਚ 2.1% ਦਾ ਵਾਧਾ ਹੋਇਆ ਹੈ। ਇਹ 2022 ਤੋਂ ਬਾਅਦ ਮਈ ਮਹੀਨੇ ਲਈ ਸਭ ਤੋਂ ਵੱਡਾ ਪੱਧਰ ਹੈ। ਇਸ ਦਾ ਮਤਲਬ ਹੈ ਕਿ ਕਈ ਘਰ ਮਾਲਕ ਜੋ ਘੱਟ ਵਿਆਜ ਦਰ ਵਾਲੇ ਪੁਰਾਣੇ ਮੌਰਗੇਜ ਕਾਰਨ ਆਪਣੇ ਘਰ ਵੇਚਣ ਤੋਂ ਬਚ ਰਹੇ ਹਨ, ਉਹਨਾਂ ਨੌਕਰੀਆਂ, ਪਰਿਵਾਰਕ ਹਾਲਾਤ ਜਾਂ ਹੋਰ ਕਾਰਨਾਂ ਕਰਕੇ ਘਰ ਵੇਚਣ ਲਈ ਤਿਆਰ ਹੋ ਰਹੇ ਹਨ। ਅਮਰੀਕਾ ਦੀ ਹਾਊਸਿੰਗ ਮਾਰਕੀਟ ਇਸ ਵੇਲੇ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ ਜਿੱਥੇ ਘਰਾਂ ਦੀਆਂ ਕੀਮਤਾਂ ਉੱਚੀਆਂ ਹਨ ਪਰ ਵਿਕਰੀ ਲਗਾਤਾਰ ਸੁਸਤ ਹੋ ਰਹੀ ਹੈ। ਮਾਰਕੀਟ ਦੀ ਇਸ ਮੰਦੀ ਦਾ ਸਭ ਤੋਂ ਵੱਡਾ ਅਸਰ ਹੁਣ ਰੀਅਲ ਏਸਟੇਟ ਏਜੰਟਾਂ ਤੇ ਦਿਖਾਈ ਦੇ ਰਿਹਾ ਹੈ। ਹਜ਼ਾਰਾਂ ਰੀਅਲਟਰ ਇਸ ਪੇਸ਼ੇ ਨੂੰ ਛੱਡ ਰਹੇ ਹਨ ਜਾਂ ਆਪਣੀ ਆਮਦਨ ਲਈ ਹੋਰ ਕੰਮ ਲੱਭਣ ਲਈ ਮਜਬੂਰ ਹੋ ਰਹੇ ਹਨ। ਅਮਰੀਕਾ ਵਿੱਚ ਆਮ ਤੌਰ ਤੇ ਬਸੰਤ ਅਤੇ ਗਰਮੀਆਂ ਦਾ ਮੌਸਮ ਘਰਾਂ ਦੀ ਖਰੀਦੋ ਫਰੋਖਤ ਲਈ ਸਭ ਤੋਂ ਰੁੱਝਿਆ ਸਮਾਂ ਮੰਨਿਆ ਜਾਂਦਾ ਹੈ, ਪਰ ਇਸ ਸਾਲ ਸਥਿਤੀ ਵੱਖਰੀ ਹੈ। ਘਰਾਂ ਦੀ ਵਿਕਰੀ ਵਿੱਚ ਕੋਈ ਵੱਡਾ ਉਛਾਲ ਨਹੀਂ ਆਇਆ ਅਤੇ ਮਾਰਕੀਟ ਵਿੱਚ ਵਿਕਰੀ ਲਈ ਉਪਲਬਧ ਘਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਪ੍ਰੈਲ ਮਹੀਨੇ ਵਿੱਚ ਮੌਜੂਦਾ ਘਰਾਂ ਦੀ ਵਿਕਰੀ ਵਿੱਚ ਸਿਰਫ 0.2% ਦਾ ਨਗਨ ਵਾਧਾ ਦਰਜ ਕੀਤਾ ਗਿਆ, ਜਦਕਿ ਸਾਲਾਨਾ ਆਧਾਰ ਤੇ ਵਿਕਰੀ ਲਗਭਗ ਸਥਿਰ ਰਹੀ। ਨਵੇਂ ਘਰਾਂ ਦੀਆਂ ਉਸਾਰੀ ਵਾਲੇ ਖੇਤਰ ਵਿੱਚ ਹਾਲਾਤ ਹੋਰ ਵੀ ਚਿੰਤਾਜਨਕ ਹਨ। ਅਪ੍ਰੈਲ ਮਹੀਨੇ ਵਿੱਚ ਨਵੇਂ ਘਰਾਂ ਦੀ ਵਿਕਰੀ ਮਾਰਚ ਦੇ ਮੁਕਾਬਲੇ 6.8% ਘੱਟ ਰਹੀ, ਜਦਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਗਿਰਾਵਟ 11.3% ਤੱਕ ਪਹੁੰਚ ਗਈ ਹੈ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਉੱਚ ਵਿਆਜਾਂ ਦਰਾਂ ਅਤੇ ਮਹਿੰਗਾਈ ਕਾਰਨ ਖਰੀਦਦਾਰ ਅਜੇ ਵੀ ਵੱਡੇ ਫੈਸਲੇ ਕਰਨ ਤੋਂ ਹਿਚਕਚਾ ਰਹੇ ਹਨ। ਅਮਰੀਕਾ ਦੀ ਸਭ ਤੋਂ ਵੱਡੀ ਰੀਅਲ ਏਸਟੇਟ ਸੰਸਥਾ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਮੈਂਬਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਕਮੀ ਆ ਰਹੀ ਹੈ। 2024 ਤੋਂ ਹੁਣ ਤੱਕ ਲਗਭਗ 1.5 ਲੱਖ ਮੈਂਬਰ ਸੰਸਥਾ ਚੜ ਚੁੱਕੇ ਹਨ। ਇਸ ਤੋਂ ਪਹਿਲਾਂ ਦੇ 2 ਸਾਲਾਂ ਵਿੱਚ ਵੀ ਕਰੀਬ 50,000 ਮੈਂਬਰ ਘਟੇ ਸਨ। ਕੋਵਿਡ ਮਹਾਮਾਰੀ ਦੌਰਾਨ ਜਦੋਂ ਹਾਊਸਿੰਗ ਮਾਰਕੀਟ ਬਹੁਤ ਗਰਮ ਸੀ, ਉਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਰੀਅਲਟਰ ਬਣੇ ਸਨ। ਹੁਣ ਜਦੋਂ ਮਾਰਕੀਟ ਹੌਲੀ ਹੋ ਗਈ ਹੈ ਤਾਂ ਬਹੁਤ ਸਾਰੇ ਏਜੰਟਾਂ ਲਈ ਇਸ ਪੇਸ਼ੇ ਵਿੱਚ ਟਿਕੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ।
ਕੈਨੇਡਾ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਦੀ ਡਰਹਮ ਰੀਜਨਲ ਪੁਲਿਸ ਨੇ ਲਗਜ਼ਰੀ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਰੀਬ 5000 ਘੰਟੇ ਦੀ ਲੰਬੀ ਜਾਂਚ ਵਾਲੇ ਪ੍ਰੋਜੈਕਟ ਜੈਟ ਸੈਟਰ ਨਾਂ ਦੇ ਇਸ ਆਪਰੇਸ਼ਨ ਤਹਿਤ ਕ੍ਰਿਮੀਨਲ ਟੂਰਿਜ਼ਮ ਨਾਲ ਜੁੜੇ 44 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 164 ਮੁਲਜ਼ਮਾਂ ਦੀ ਭਾਲ ਹਾਲੇ ਵੀ ਜਾਰੀ ਹੈ, ਜਿਨ੍ਹਾਂ 'ਚ ਅਰਸ਼ਜੋਤ ਸਿੰਘ, ਅਰਸ਼ਦੀਪ ਸਿੰਘ, ਗੁਰਮ ਜਗਦੀਪ ਸਿੰਘ, ਜਸਦੀਪ ਸਿੰਘ, ਹਰਸਿਮਰਨ ਸਿੰਘ ਢਿੱਲੋਂ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਸ਼ੇਰ ਸਿੰਘ ਸਣੇ ਕਈ ਪੰਜਾਬੀ ਵੀ ਮੌਜੂਦ ਹਨ। ਪੁਲਿਸ ਮੁਤਾਬਕ ਇਹ ਅਜਿਹੇ ਅਪਰਾਧੀ ਹੁੰਦੇ ਹਨ ਜੋ ਦੂਜੇ ਦੇਸ਼ਾਂ ਤੋਂ ਟੂਰਿਸਟ ਬਣ ਕੇ ਕੈਨੇਡਾ ਆਉਂਦੇ ਹਨ, ਪਰ ਉਹਨਾਂ ਦਾ ਮੁੱਖ ਮਕਸਦ ਇੱਥੇ ਆ ਕੇ ਸਿਰਫ ਵੱਡੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੁੰਦਾ ਹੈ। ਇਹ ਗਿਰੋਹ ਖਾਸ ਤੌਰ ਤੇ ਪੋਸ਼ ਇਲਾਕਿਆਂ ਦੇ ਲਗਜ਼ਰੀ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਹ ਲੋਕ ਖਾਸ ਕਰਕੇ ਬਜ਼ੁਰਗ ਲੋਕਾਂ ਨੂੰ ਮਦਦ ਦਾ ਝਾਂਸਾ ਦੇ ਕੇ ਉਹਨਾਂ ਤੋਂ ਗਹਿਣੇ ਆਦਿ ਲੁੱਟ ਲੈਂਦੇ ਸਨ। ਇਸ ਗਿਰੋਹ ਨੇ ਇਕੱਲੇ ਡਰਹਮ ਇਲਾਕੇ 'ਚ ਹੀ 2.61 ਮਿਲੀਅਨ ਕਰੀਬ ਦੇ ਡਾਲਰ ਜਿਹੜੀ ਹੈ ਚੋਰੀ ਕੀਤੀ ਹੈ, ਯਾਨੀ ਕਿ ਕਰੀਬ 17.77 ਕਰੋੜ ਰੁਪਏ ਦੀ ਕੀਮਤ ਦਾ ਸਮਾਨ ਲੁੱਟਿਆ ਗਿਆ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਕੋਲੋਂ ਲੱਖਾਂ ਡਾਲਰ ਦੇ ਚੋਰੀ ਕੀਤੇ ਗਏ ਗਹਿਣੇ, ਮਹਿੰਗੀਆਂ ਕੜੀਆਂ, ਡਿਜ਼ਾਈਨਰ ਬੈਗ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵਾਰਦਾਤਾਂ ਵਿੱਚ ਵਰਤੇ ਜਾਣ ਵਾਲੇ ਕਈ ਹਾਈਟੈਕ ਉਪਕਰਨ ਵੀ ਜ਼ਬਤ ਕੀਤੇ ਗਏ ਹਨ। ਇਹ ਗਿਰੋਹ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਹਿੱਸਿਆਂ 'ਚ ਸਰਗਰਮ ਸੀ। ਮੁਲਜ਼ਮਾਂ ਦੇ ਖਿਲਾਫ ਬਿਨਾਂ ਇਜਾਜ਼ਤ ਘਰਾਂ ਵਿੱਚ ਵੜਨ, ਚੋਰੀ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਨ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸਟੱਡੀ ਵੀਜ਼ਾ ਤੇ ਕੈਨੇਡਾ ਆਏ ਕੁਝ ਪੰਜਾਬੀ ਨੌਜਵਾਨ ਜੁਰਮ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਬਣ ਚੁੱਕੇ ਹਨ ਅਤੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀਆਂ ਵੱਲੋਂ ਵਾਲਿਆਂ ਦੇ ਹੱਥ ਵੀ ਨਹੀਂ ਆ ਰਹੇ, ਪਰ ontario ਦੇ ਹਾਲਟਨ ਰੀਜਨ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਗੱਡੀਆਂ ਚੋਰੀ ਕਰਨ ਵਾਲੇ ਦੋ ਗਿਰੋਹਾਂ ਦੇ ਪਰਦਾਫਾਸ਼ ਕਰਦਿਆਂ ਜੋਬਨਪ੍ਰੀਤ ਸਿੰਘ ਅਤੇ ਆਤੀਸ਼ ਸਿੰਘ ਸਣੇ 4 ਜਣਿਆਂ ਨੂੰ ਕਾਬੂ ਕਰ ਲਿਆ। ਇਹਨਾਂ ਵਿੱਚੋਂ ਜੋਬਨਪ੍ਰੀਤ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਇਹ ਬਾਰਡਰ ਏਜੰਟਾਂ ਦੇ ਹੱਥ ਨਹੀਂ ਸੀ ਆ ਰਿਹਾ। ਪੁਲਿਸ ਦਾ ਮੰਨਣਾ ਹੈ ਕਿ ਜੋਬਨਪ੍ਰੀਤ ਅਤੇ ਆਤੀਸ਼ ਦੇ ਸਬੰਧ ਕਿਊਬੈਕ ਦੇ ਇੱਕ ਵੱਡੇ ਗਿਰੋਹ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਹਾਲਟਨ ਰੀਜਨਲ ਪੁਲਿਸ ਵੱਲੋਂ ਪ੍ਰੋਜੈਕਟ ਡਿਸਕਨੈਕਟ ਅਤੇ ਪ੍ਰੋਜੈਕਟ ਜੋਕਰ ਅਧੀਨ ਕੀਤੀ ਕਾਰਵਾਈ ਬਾਰੇ ਦੱਸਿਆ ਕਿ ਮੌਂਟਰੀਅਲ ਦੇ ਨਾਲ ਸੰਬੰਧੀ 2 ਸ਼ੱਕੀਆਂ ਨੂੰ ਮਈ ਮਹੀਨੇ ਦੌਰਾਨ ਕਾਬੂ ਕੀਤਾ ਗਿਆ। ਬਰੈਂਪਟਨ ਦੇ 21 ਸਾਲਾਂ ਦੇ ਜੋਬਨਪ੍ਰੀਤ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ, ਗੱਡੀ ਚੋਰੀ, ਜਾਲੀ ਮਾਰ ਕੇ ਰੱਖਣ ਅਤੇ ਪੁਲਿਸ ਦੇ ਕੰਮ ਵਿੱਚ ਅੜਿੱਕੇ ਢਾਉਣ ਦੇ ਦੋਸ਼ ਆਇਦ ਕੀਤੇ ਗਏ ਹਨ, ਜਦਕਿ ਆਤੀਸ਼ ਵਿਰੁੱਧ ਗੱਡੀ ਚੋਰੀ ਤੋਂ ਇਲਾਵਾ ਪੁਲਿਸ ਤੋਂ ਫਰਾਰ ਹੋਣ, ਹਥਿਆਰ ਨਾਲ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ ਓਕਵਿਲ ਦੇ ਹੋਟਲਾਂ ਵਿੱਚੋਂ ਗੱਡੀ ਚੋਰੀ ਦੀਆਂ 28 ਵਾਰਦਾਤਾਂ ਸਾਹਮਣੇ ਆਉਣ ਮਗਰੋਂ ਪ੍ਰੋਜੈਕਟ ਡਿਸਕਨੈਕਟ ਦੀ ਸ਼ੁਰੂਆਤ ਹੋਈ ਅਤੇ 27 ਮਈ ਨੂੰ ਗੱਡੀ ਚੋਰੀ ਕਰਨ ਦਾ ਯਤਨ ਕਰ ਰਹੇ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਸਕਿਆ। ਦੂਜੇ ਪਾਸੇ ਪ੍ਰੋਜੈਕਟ ਜੋਕਰ ਅਧੀਨ 27 ਸਾਲਾਂ ਦੇ ਡੈਨੀ ਹੈਮਲ ਅਤੇ 20 ਸਾਲ ਦੇ ਡੈਮੀਅਨ ਡੈਨੋ ਨੂੰ ਕਾਬੂ ਕਰਦਿਆਂ ਵੱਖ-ਵੱਖ ਦੋਸ਼ ਆਇਦ ਕੀਤੇ ਗਏ। ਸਾਰੇ ਸ਼ੱਕੀਆਂ ਦੀ ਪੇਸ਼ੀ ਮਿਲਟਨ ਦੀ ਅਦਾਲਤ ਵਿੱਚ ਹੋਣੀ ਹੈ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ 100 ਤੋਂ ਵੱਧ ਗੱਡੀ ਚੋਰੀ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਵਾਧੂ ਦੋਸ਼ ਵੀ ਆਇਦ ਕੀਤੇ ਜਾ ਸਕਦੇ ਹਨ। ਦੱਸ ਦਈਏ ਕਿ ਐਕਸਟੋਰਸ਼ਨ ਦੇ ਮਾਮਲਿਆਂ ਵਿੱਚ ਘਿਰੇ 400 ਤੋਂ ਵੱਧ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਤੇ ਹੁਣ ਕਾਰ ਚੋਰ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ। ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਤੇ ਪੰਜਾਬੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤ ਤੋਂ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਨੂੰ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ ਸੁਪਰ ਵੀਜ਼ਾ ਸਿਰਫ 112 ਦਿਨਾਂ ਵਿੱਚ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ ਇਸ ਲਈ 116 ਦਿਨਾਂ ਦਾ ਸਮਾਂ ਲੱਗਦਾ ਸੀ। ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੋਂ ਦਾਖਲ ਅਰਜ਼ੀਆਂ ਦਾ ਨਿਪਟਾਰਾ ਹੁਣ ਸਿਰਫ 28 ਦਿਨਾਂ ਵਿੱਚ ਹੋ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਮੌਜੂਦਗੀ ਦੌਰਾਨ ਦਾਖਲ ਕੀਤੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਵੀ 28 ਦਿਨਾਂ ਵਿੱਚ ਪ੍ਰੋਸੈਸ ਕੀਤਾ ਜਾ ਰਿਹਾ ਹੈ। ਵਰਕ ਪਰਮਿਟ ਦੇ ਮਾਮਲੇ ਵਿੱਚ ਭਾਰਤ ਤੋਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 10 ਹਫ਼ਤਿਆਂ ਤੋਂ ਘਟ ਕੇ 9 ਹਫ਼ਤੇ ਰਹਿ ਗਿਆ ਹੈ। ਸਟੱਡੀ ਵੀਜ਼ਾ ਲਈ ਭਾਰਤ ਤੋਂ ਆ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਹੁਣ 5 ਹਫ਼ਤਿਆਂ ਵਿੱਚ ਹੋ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਭਾਰਤੀਆਂ ਦੇ ਮੁਕਾਬਲੇ ਕਾਫੀ ਘੱਟ ਹੈ। ਪਾਕਿਸਤਾਨੀ ਨਾਗਰਿਕਾਂ ਨੂੰ ਸੁਪਰ ਵੀਜ਼ਾ 70 ਦਿਨਾਂ ਵਿੱਚ, ਵਰਕ ਪਰਮਿਟ 6 ਹਫ਼ਤਿਆਂ ਵਿੱਚ ਅਤੇ ਸਟੱਡੀ ਵੀਜ਼ਾ ਸਿਰਫ 4 ਹਫ਼ਤਿਆਂ ਵਿੱਚ ਮਿਲ ਰਿਹਾ ਹੈ। ਨਵੀਂ ਪੀਆਰ ਕਾਰਡ ਹੁਣ ਸਿਰਫ 50 ਦਿਨਾਂ ਦੇ ਅੰਦਰ ਮਿਲ ਰਿਹਾ ਹੈ, ਜਿਸ ਲਈ ਪਹਿਲਾਂ 60 ਦਿਨਾਂ ਤੋਂ ਵੱਧ ਉਡੀਕ ਕਰਨੀ ਪੈਂਦੀ ਸੀ। ਹਾਲਾਂਕਿ ਸਪਾਊਸ ਵੀਜ਼ਾ ਲਈ ਉਡੀਕ ਸਮਾਂ ਹਾਲੇ ਵੀ 15 ਮਹੀਨੇ ਚੱਲ ਰਿਹਾ ਹੈ ਅਤੇ ਇਸ ਸ਼੍ਰੇਣੀ ਵਿੱਚ ਅਰਜ਼ੀਆਂ ਦਾ ਬੈਕਲੌਗ 47,000 ਤੋਂ ਉੱਪਰ ਦੱਸਿਆ ਗਿਆ ਹੈ।
ਅਮਰੀਕੀ ਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਸਨੇ ਅਧਿਕਾਰਤ ਤੌਰ ਤੇ ਮਾਨਤਾ ਪ੍ਰਾਪਤ ਧਾਰਮਿਕ ਪਰੰਪਰਾਵਾਂ ਦੀ ਗਿਣਤੀ ਨੂੰ ਕਾਫੀ ਘਟਾ ਦਿੱਤਾ ਹੈ। ਨਵੀਂ ਸੂਚੀ ਵਿੱਚ ਹੁਣ ਸਿਰਫ 31 ਧਾਰਮਿਕ ਪਰੰਪਰਾਵਾਂ ਸ਼ਾਮਲ ਹਨ, ਜਦਕਿ ਪਹਿਲਾਂ ਸੈਨਿਕਾਂ ਦੇ ਕੋਲ ਚੁਣਨ ਦੇ ਲਈ 200 ਤੋਂ ਵੱਧ ਮਾਨਤਾ ਪ੍ਰਾਪਤ ਧਾਰਮਿਕ ਪਰੰਪਰਾਵਾਂ ਸਨ। ਸੂਚੀ ਵਿੱਚ ਹੁਣ ਨਾਸਤਿਕ, ਯੂਨੀਟੇਰੀਅਨ, ਯੂਨੀਵਰਸਲਿਸਟ, ਪੈਗਨ ਅਤੇ ਵੀਕੈਂਡ ਸ਼ਾਮਲ ਨਹੀਂ ਹਨ। ਇੱਕ ਬਿਆਨ ਦੇ ਵਿੱਚ ਪੈਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਕਿਹਾ ਕਿ ਧਾਰਮਿਕ ਸਬੰਧਾਂ ਦੀ ਗਿਣਤੀ ਵਿੱਚ ਇਹ ਕਮੀ ਕਿਸੇ ਵੀ ਧਰਮ ਜਾਂ ਧਾਰਮਿਕ ਵਿਸ਼ਵਾਸ ਦੀ ਵੈਧਤਾ ਤੇ ਸਵਾਲ ਉਠਾਉਣ ਦਾ ਇਰਾਦਾ ਨਹੀਂ ਹੈ, ਨਾ ਹੀ ਇਸ ਦਾ ਉਦੇਸ਼ ਅਧਿਕਾਰਤ ਤੌਰ ਤੇ ਮਨਜ਼ੂਰਸ਼ੁਦਾ ਧਰਮਾਂ ਦੀ ਸੂਚੀ ਪ੍ਰਦਾਨ ਕਰਨਾ ਹੈ। ਉਸਨੇ ਅੱਗੇ ਕਿਹਾ ਕਿ ਉਦੇਸ਼ ਫੌਜੀ ਪਾਦਰੀ ਨੂੰ ਆਪਣੀਆਂ ਇਕਾਈਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਧਰਮਾਂ ਦੇ ਸੈਨਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰੋਤਾਂ ਦਾ ਸਭ ਤੋਂ ਵਧੀਆ ਪ੍ਰਬੰਧਨ ਕਿਵੇਂ ਕਰਨਾ ਹੈ, ਇਹ ਨਿਰਧਾਰਤ ਕਰਨ ਦੀ ਆਗਿਆ ਦੇਣਾ ਹੈ। ਪਾਰਨੇਲ ਨੇ ਵੀ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਾ ਸਤਿਕਾਰ ਕਰਦਾ ਹੈ ਅਤੇ ਫੌਜੀ ਪਾਦਰੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਮੈਂਬਰ ਆਪਣੀ ਪਸੰਦ ਦੇ ਧਰਮ ਦਾ ਅਭਿਆਸ ਕਰਨ ਜਾਂ ਕਿਸੇ ਵੀ ਧਰਮ ਦਾ ਅਭਿਆਸ ਨਾ ਕਰਨ ਦੀ ਆਪਣੀ ਆਜ਼ਾਦੀ ਦੀ ਪੂਰੀ ਵਰਤੋਂ ਕਰ ਸਕਣ। ਇਸ ਸੂਚੀ ਵਿੱਚ ਕੁਝ ਈਸਾਈ ਪਰੰਪਰਾਵਾਂ ਜਿਵੇਂ ਕਿ ਬੈਪਟਿਸਟ ਤੇ ਪ੍ਰੈਸਬਿਟੇਰੀਅਨ ਅਤੇ ਮੈਥੋਡਿਸਟ ਨੂੰ ਵਿਆਪਕ ਸ਼੍ਰੇਣੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਇਨ੍ਹਾਂ ਪਰੰਪਰਾਵਾਂ ਦੇ ਅੰਦਰ ਵੱਖ-ਵੱਖ ਸੰਪਰਦਾਵਾਂ ਦਾ ਵੱਖਰੇ ਤੌਰ ਤੇ ਜ਼ਿਕਰ ਨਹੀਂ ਕੀਤਾ ਗਿਆ। ਸਿਪਾਹੀ ਕੋਈ ਧਰਮ ਨਹੀਂ, ਹੋਰ ਧਰਮ ਜਾਂ ਨਾਸਤਿਕ ਵਜੋਂ ਪਛਾਣ ਕਰਨ ਦੀ ਚੋਣ ਕਰ ਸਕਦੇ ਹਨ। ਇਸ ਵਿੱਚ ਬੁੱਧ ਧਰਮ, ਇਸਲਾਮ, ਯਹੂਦੀ ਧਰਮ, ਹਿੰਦੂ ਧਰਮ, ਸਿੱਖ ਧਰਮ, ਬਹਾਈ ਅਤੇ ਲੈਟਰ ਡੇ ਸੈਂਟਸ ਦੀ ਜੀਸਸ ਕ੍ਰਾਈਸਟ ਦਾ ਚਰਚ ਸ਼ਾਮਲ ਹੈ। ਰੱਖਿਆ ਸਕੱਤਰ ਪੀਟ ਹੈਗਸੇਥ ਨੇ ਪੈਟਾਗਨ ਵਿਖੇ ਆਪਣੀ ਅਗਵਾਈ ਵਿੱਚ ਆਪਣੇ ਇਵੈਂਜਲਿਕਲ ਈਸਾਈ ਵਿਸ਼ਵਾਸ ਨੂੰ ਵੀ ਜੋੜਿਆ। ਉਸਨੇ ਕਰਮਚਾਰੀਆਂ ਲਈ ਧਾਰਮਿਕ ਸੇਵਾਵਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ ਅਕਸਰ ਅਮਰੀਕਾ ਨੂੰ ਇੱਕ ਈਸਾਈ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ। 2019 ਦੀ ਇੱਕ ਰਿਪੋਰਟ ਦੇ ਅਨੁਸਾਰ ਫੌਜ ਧਾਰਮਿਕ ਤੌਰ ਤੇ ਵਿਭਿੰਨ ਹੈ। ਲਗਭਗ 70% ਸਿਪਾਹੀ ਆਪਣੇ ਆਪ ਨੂੰ ਈਸਾਈ ਵਜੋਂ ਪਛਾਣਦੇ ਹਨ। ਲਗਭਗ 1/4 ਸਿਪਾਹੀਆਂ ਨੂੰ ਹੋਰ ਅਨਵਰਗੀਕ੍ਰਿਤ ਜਾਂ ਅਣਜਾਣ ਵਜੋਂ ਸੂਚੀਬੱਧ ਕੀਤਾ ਗਿਆ ਸੀ। ਆਇਰੀਨ ਗਲਾਸ, ਇੱਕ ਪੈਗਨ ਧਾਰਮਿਕ ਪੇਸ਼ੇਵਰ ਅਤੇ ਮਰੀਨ ਕੋਰ ਦੇ ਸਾਬਕਾ ਸੈਨਿਕ, ਨੇ ਕਿਹਾ ਹੈ ਕਿ ਇੱਕ ਘੱਟ ਗਿਣਤੀ ਧਰਮ ਦੇ ਮੈਂਬਰ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਸਾਡੇ ਲਈ ਗਿਣਤੀ ਵਿੱਚ ਸ਼ਾਮਲ ਹੋਣਾ ਬਹੁਤ ਮਹੱਤਵਪੂਰਨ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣੇ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮੇਲ ਯੂਐਸਏ ਟੀਵੀ ਦੇ ਨਾਲ। IPTV ਬਾਕਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰam, ਟਿਕਟੌਕ, ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰਾਂ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।